ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਉ ਵਾਰ ਵਾਰ ਜਾਉ ਗੁਰ ਗੋਪਾਲ, ਮੋਹਿ ਨਿਰਗੁਣ ਤੁਮ ਪੂਰਨ ਦਾਤੇ। ਦੀਨਾ ਨਾਥ ਦਿਆਲ, ਉਠਤ ਬੈਠਤ ਸੋਵਤ ਜਾਗਤ, ਜੀ ਪ੍ਰਾਣ ਤਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਸਹਿਤ ਹਜੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਬੜੇ ਪਿਆਰ ਵਿੱਚ ਵਜਤ ਵਿੱਚ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨੂੰ ਗਾ ਰਹੇ ਸਨ। ਉਸ ਤੋਂ ਉਪਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਨੇ, ਇਸ ਬੱਚੇ ਨੇ ਬਹੁਤ ਪਿਆਰ ਦੇ ਵਿੱਚ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਦ੍ਰਿੜ ਕਰਾਉਣ ਵਾਸਤੇ ਇਸ ਬੱਚੇ ਨੇ, ਬੜੀ ਹਿੰਮਤ ਹੁੰਦੀ ਹੈ ਕਿ ਛੋਟਾ ਬੱਚਾ ਸਟੇਜ 'ਤੇ ਬੈਠ ਕੇ ਜਾਂ ਖੜੇ ਹੋ ਕੇ ਬੋਲਦਾ ਹੈ। ਧੰਨ ਨੇ ਉਹ ਮਾਵਾਂ ਜਿਹੜੇ ਆਪਣੇ ਬੱਚਿਆਂ ਨੂੰ ਇਹ ਗੁੜਤੀ ਦਿੰਦੀਆਂ ਹਨ। ਤਾਂ ਗੁਰੂ ਮਹਾਰਾਜ ਸਭ 'ਤੇ ਕਿਰਪਾ ਰਹਿਮਤ ਕਰਨ। ਆਪ ਸਾਰੇ ਮਾਈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਮਨਾਉਣ ਦੀਆਂ ਸੰਗਤਾਂ ਲਾ ਖੱਟ ਰਹੇ ਹੋ। ਹੁਕਮ ਹੋਇਆ ਹੈ ਕੁਝ ਸਮਾਂ ਗੁਰਬਾਣੀ ਵਿਚਾਰ ਦੇ ਨਾਲ ਅਸੀਂ ਜੁੜਨ ਦਾ ਯਤਨ ਕਰਨਾ ਹੈ। ਮੈਂ ਬੇਨਤੀ ਕਰਾਂਗਾ ਜ਼ਰੂਰ ਆਪ ਜੀ ਇਕਾਗਰਤਾ ਨਾਲ ਬੈਠੋ। ਜਿੱਥੇ ਸਰੀਰ ਕਰਕੇ ਬੈਠੇ ਹੋ ਉੱਥੇ ਮਨ ਦੀ ਹਾਜ਼ਰੀ ਜ਼ਰੂਰ ਲਵਾਓ। ਜਿਹੜੀ ਹਾਜ਼ਰੀ ਸਾਡੀ ਲੱਗਣੀ ਹੈ, ਸਰੀਰ ਕਰਕੇ ਤੇ ਧਾਰਮਿਕ ਸਥਾਨਾਂ 'ਤੇ ਭੀੜਾਂ ਲੱਗੀਆਂ ਨੇ, ਪਰ ਮਨ ਕਰਕੇ ਹਾਜ਼ਰੀ ਇਹ ਕੋਈ ਵਿਰਲਾ ਹੀ ਕਰਦਾ ਹੈ। ਤਾਂ ਤੁਹਾਡੀ ਇਕਾਗਰਤਾ ਦੇ ਵਿੱਚ ਹੀ ਵਿਚਾਰਾਂ ਹੁੰਦੀਆਂ ਨੇ। ਬੈਠ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵ ਲਾਏ। ਇੱਥੇ ਬੈਠ ਕੇ ਅਸੀਂ ਮਨ ਦੀਆਂ ਜਿਹੜੇ ਚਲਦੇ ਜੀਵਨ ਵਿੱਚ
ਦੁਚਿੱਤੀਆਂ ਨੇ ਦੋਏ ਭਾ ਹੈ। ਅੱਜ ਦਾ ਪੁਰਬ ਮਨਾਉਣ ਵਾਸਤੇ ਅਸੀਂ ਇੱਥੋਂ ਇਹਨਾਂ ਕੁਰੀਤੀਆਂ ਤੋਂ ਦੂਰ ਹੋਣਾ ਹੈ। ਸੋ ਆਓ ਮਨ ਨੂੰ ਇਕਾਗਰ ਕਰੀਏ। ਜੇ ਕਿਤੇ ਮਨ ਇੱਧਰ ਉੱਧਰ ਜਾ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਨਿਜ ਘਰ ਦੇ ਵਿੱਚ ਆ ਕੇ ਅਸੀਂ ਟਿਕਾ ਵਿੱਚ ਬਹਿਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਸਾਵਧਾਨਤਾ, ਇਕਾਗਰਤਾ ਤੇ ਚਿੱਤ। ਤੋ ਮਹਾਰਾਜ ਕਿਰਪਾ ਕਰਨ, ਇੱਕ ਵਾਰੀ ਸਾਰੇ ਮਾਈ ਭਾਈ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ। ਇੱਕ ਦੋ ਕਨਸੈਪਟ ਸਾਂਝ ਕਰਾਂਗੇ। ਮਹਾਰਾਜ ਸੇਵਾ ਲੈਣ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਗੁਰੂ ਨਾਨਕ ਦੇ ਘਰ ਵਿੱਚ ਆ ਕੇ ਦਰਸ਼ਨ ਸਮਝ ਲਈਏ ਕਿ ਦਰਸ਼ਨ ਕੀ ਹੁੰਦੇ ਹਨ। ਕਈ ਵਾਰੀ ਅਸੀਂ ਭੁਲੇਖਿਆਂ ਵਿੱਚ ਹੀ ਆ ਜਾਂਦੇ ਹਾਂ, ਭੁਲੇਖੇ ਵਿੱਚ ਹੀ ਚਲੇ ਜਾਂਦੇ ਹਾਂ। ਘਰੋਂ ਸਮਾਂ ਕੱਢ ਕੇ ਆਏ ਹੋ, ਆਲਸ ਵੀ ਤਿਆਗ ਕੀਤਾ ਜੇ। ਕਈ ਦੂਰੋਂ ਚੱਲ ਕੇ ਆਏ ਨੇ, ਮਾਇਆ ਵੀ ਲਗਾ ਕੇ ਆਏ ਹੋਣਗੇ। ਅਸੀਂ ਆਏ ਦੂਰ ਗੁਰਦੁਆਰੇ ਸਾਹਮਣੇ ਦਰਸ਼ਨ ਕੀਤੇ, ਮੱਥਾ ਨਹੀਂ ਟੇਕਣਾ ਕਹੀਦਾ। ਮੱਥਾ ਟੇਕਣਾ ਤੇ ਹੁੰਦਾ ਕਿ ਕਿਸੇ ਨੂੰ ਮਗਰੋਂ ਲਾਉਣ ਵਾਲੀ ਗੱਲ ਹੈ, ਮੈਨੂੰ ਖਿਮਾ ਕਰ ਦੇਣਾ। ਗੁਰੂ ਘਰ ਵਿੱਚ ਜਦ ਵੀ ਆਉਣਾ ਹੈ, ਸਿੱਖ ਦੀ ਰਸਨਾ ਤੇ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੇ ਦਰਸ਼ਨ ਕਰਨ ਜਾ ਰਹੇ ਹਾਂ। ਸਾਹਮਣੇ ਸਨਮੁਖ ਹੋ ਕੇ ਅਰਦਾਸ ਕੀਤੀ, ਪਰਿਕਰਮਾ ਕੀਤੀ, ਫਿਰ ਅਰਦਾਸ ਕੀਤੀ। ਸਾਰੀ ਗੱਲ ਗੁਰੂ ਨੂੰ ਕਹਿ ਕੇ ਤੇ ਅਸੀਂ ਬਾਹਰ ਚਲੇ ਗਏ। ਮੈਂ ਨਹੀਂ ਸਮਝਦਾ ਕਿ ਇਹ ਦਰਸ਼ਨ ਨੇ। ਮੈਂ ਕਿ ਗੁਰੂ ਦੀ ਬਾਣੀ ਜੋ ਕਹਿ ਰਹੀ ਹੈ, ਗੁੱਸਾ ਨਾ ਕਰਨਾ। ਖਾਲੀ ਗੁਰੂ ਨੂੰ ਵੇਖ ਕੇ ਗੁਰੂ ਦੇ ਦਰਸ਼ਨ ਨਹੀਂ ਨੇ। ਕੋਈ ਬੱਚਾ ਸਕੂਲ ਦੀ ਇਮਾਰਤ ਦੇਖ ਕੇ ਜਾਂ ਸਕੂਲ ਦਾ ਟੀਚਰ ਦੇਖ ਕੇ ਆ ਜਾਵੇ ਕਿ ਜੀ ਮੈਂ ਸਕੂਲ ਹੋ ਆਇਆ, ਪੜ੍ਹੇ ਲਿਖੇ ਆਪ ਜੀ ਬੈਠੇ ਹੋ, ਮੈਂ ਨਹੀਂ ਸਮਝਦਾ ਕਿ ਉਹ ਬੱਚਾ ਪਾਸ ਹੋ ਸਕਦਾ ਹੈ। ਮੈਂ ਸਿੰਪਲ ਗੱਲ ਤਾਂ ਕਰ ਰਿਹਾ ਕਿ ਪਕੜ ਵਿੱਚ ਆ ਜਾਏ। ਗੁਰਬਾਣੀ ਤੇ ਕਹਿੰਦੀ ਹੈ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਸੰਸਾਰ ਵੇਖ ਰਿਹਾ ਗੁਰੂ ਨੂੰ ਤੇ। ਪਰ ਮਹਾਰਾਜ ਦੇ ਅਗਲੇ ਵਚਨ ਬੜੇ ਭਾਵਪੂਰਨ ਨੇ। ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਡਿਠੇ ਭਾਵ ਦੇਖਣਾ। ਜਦ ਤੱਕ ਬੈਠ ਕੇ ਅਸੀਂ ਗੁਰੂ ਦੀ ਆਪਣੀ ਗੱਲ ਤੇ ਸੁਣਾ ਦਿੱਤੀ, ਬਈ ਮੈਨੂੰ ਇਹ ਤਕਲੀਫ ਹੈ, ਇਹ ਦੁੱਖ ਨੇ, ਕਿਉਂਕਿ ਸੰਸਾਰ ਦੁੱਖਾਂ ਨਾਲ ਭਰਿਆ ਪਿਆ ਹੈ। ਕੋਈ ਘਰ ਐਸਾ ਨਹੀਂ ਹੈ ਜਿੱਥੇ ਦੁੱਖ ਨਾ ਹੋਵੇ। ਜੇ ਡਾਕਟਰ ਕੋਲ ਵੀ ਅਸੀਂ ਜਾਂਦੇ ਹਾਂ, ਡਾਕਟਰ ਨੂੰ ਆਪਣੀ ਬਿਮਾਰੀ ਦੱਸ ਕੇ ਆ ਜਾਈਏ, ਕੋ ਜੀ ਮੈਂ ਰਾਜੀ ਨਹੀਂ ਹੋ ਰਿਹਾ, ਫਿਰ ਡਾਕਟਰ ਦਾ ਕਸੂਰ ਨਹੀਂ, ਸਾਡਾ ਹੈ। ਡਾਕਟਰ ਕਹਿੰਦਾ ਹੁਣ ਮੈਂ ਤੇਰੀ ਗੱਲ ਤੇ ਸੁਣ ਲਈ ਹੈ, ਕਿ ਗੁਰੂ ਤੇ ਜਾਣਦਾ ਹੈ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਹੁਣ ਗੁਰੂ ਕਹਿੰਦਾ ਮੈਂ ਤੇਰੀ ਗੱਲ ਤੇ ਸੁਣ ਲਈਏ, ਹੁਣ ਤੂੰ ਬੈਠ ਜਾ। ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਐਵੇਂ ਤੁਸੀਂ ਮੱਥਾ ਟੇਕ ਕੇ ਕਹਿੰਦੇ ਆ ਨਾ, ਇਸ ਤਰ੍ਹਾਂ ਆਏ ਮੈਂ ਮੱਥਾ ਟੇਕ ਕੇ ਚਲਾ ਗਿਆ, ਨਹੀਂ।
ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੇ ਤੂੰ ਭਾਵੇਂ ਦਿਨ ਵਿੱਚ ਨਾ 100 ਵਾਰੀ ਆ ਜਾ, ਇਹ ਦਰਸ਼ਨ ਨਹੀਂ ਨੇ। ਇਹ ਬਾਣੀ ਕਹਿ ਰਹੀ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਲਾਗੋ ਭਾਓ। ਜੇ ਸ਼ਬਦ ਦੇ ਨਾਲ ਪਿਆਰ ਨਹੀਂ ਹੈ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ। ਭਾਵੇਂ ਤੁਸੀਂ 100 ਗੇੜੇ ਵਾਰ ਆਉਂਦੇ ਰਹੋ ਜਾਂਦੇ ਰਹੋ, ਕੁਝ ਮੈਂ ਦਰਸ਼ਨ ਕਰ ਰਿਹਾ ਨਹੀਂ। ਦਰਸ਼ਨ ਤੋਂ ਭਾਵ ਹੁੰਦਾ ਹੈ ਗੁਰੂ ਦੀ ਵਿਚਾਰਧਾਰਾ ਨੂੰ ਸੁਣਨਾ, ਗੁਰੂ ਦੀ ਬਚਨਾਂ ਨੂੰ ਸੁਣਨਾ, ਗੁਰੂ ਦੇ ਸਿਧਾਂਤਾਂ ਨੂੰ ਸੁਣਨਾ। ਕਬੀਰ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਭਾਵੇਂ ਤੂੰ ਨਾ ਗੰਗਾ ਦੇ ਕਿਨਾਰੇ ਝੁੱਗੀ ਆਪਣਾ ਘਰ ਹੀ ਵਸਾ ਲੈ। ਕਬੀਰ ਗੰਗਾ ਤੀਰ ਜੋ ਘਰ ਕਰੇ, ਤੀਰ ਹੁੰਦਾ ਕਿਨਾਰਾ, ਪੀਵਹਿ ਨਿਰਮਲ ਨੀਰ। ਹੁਣ ਬਹਿ ਕੇ ਰੋਜ਼ ਜਲ ਵੀ ਛਕ ਰਿਹਾ ਗੰਗਾ ਦਾ। ਬਿਨ ਹਰ ਭਗਤ ਨਾ ਮੁਕਤ ਹੋਏ, ਇਹੋ ਕਹਿ ਰਮੈ ਕਬੀਰ। ਹੁਣ ਫੈਸਲਾ ਕਲੀਅਰ ਹੋ ਗਿਆ ਕਿ ਜੇ ਤੂੰ ਗੰਗਾ ਦੇ ਘਰ ਗੁਰਦੁਆਰੇ ਸਮਝ ਲੈ, ਇੱਥੇ ਸਾਂਝੀ ਗੱਲ ਹੁੰਦੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਗੱਲ ਕਿਸੇ ਮੁਸਲਮਾਨ ਦੀ ਹੋ ਰਹੀ ਹੈ, ਇਹਦੇ ਵਿੱਚ ਸਾਡਾ ਕੀ ਕੰਮ ਹੈ। ਨਹੀਂ, ਬਾਣੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਜੋ ਵਰਨਾ ਕੋ ਸਾਂਝ। ਫਰੀਦਾ ਬੇਨਮਾਜ਼ਾਂ ਕੁੱਤੀਆਂ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਵਸੀਤ। ਅਸੀਂ ਸੋਚਦੇ ਹਾਂ ਕਿ ਇਹ ਕਿਸੇ ਮੁਸਲਮਾਨ ਵਾਸਤੇ ਕਿਹਾ ਕਿ ਉਹ ਨਮਾਜ਼ੀ ਨਹੀਂ ਹੈ ਤੇ ਉਹਨੂੰ ਤਾੜਨਾ ਮਿਲੀ ਹੈ ਤੇ ਇਹ ਉਹਦੇ ਵਾਸਤੇ ਵੀ ਨਹੀਂ, ਇਹ ਸਾਡੇ ਵਾਸਤੇ ਵੀ ਹੈ। ਬੇਨਮਾਜ਼ਾਂ ਕੁੱਤਿਆਂ, ਦੇਖੋ ਕਿਤਨੇ, ਕਿਸੇ ਨੂੰ ਕੁੱਤਾ ਕਹਿ ਦੋ ਤਾਂ ਕਿੰਨਾ ਬੜਾ ਇੱਕਦਮ ਆਪੇ ਤੋਂ ਬਾਹਰ ਹੋ ਜਾਏਗਾ। ਪਰ ਗੁਰੂ ਦੀ ਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਸਾਂਝਾ ਉਪਦੇਸ਼ ਹੈ। ਇਹ ਸਾਡੇ ਵਾਸਤੇ ਵੀ ਹੈ। ਜੇ ਮੈਂ ਵੀ ਸਟੇਜ 'ਤੇ ਬੈਠਾ, ਤੁਸੀਂ ਸੁਣ ਰਹੇ ਹੋ, ਜੇ ਮੈਂ ਵੀ ਨੇਮ ਨਹੀਂ ਕਰਦਾ ਤੇ ਇਹ ਲਾਗੂ ਮੇਰੇ ਵਾਸਤੇ ਵੀ ਹੈ, ਪਹਿਲਾਂ ਮੇਰੇ ਵਾਸਤੇ ਵੀ। ਦਰਸ਼ਨ ਤੋਂ ਭਾਵ ਹੈ ਕਿ ਗੁਰੂ ਦੇ ਸਿਧਾਂਤ ਨੂੰ ਬੈਠ ਕੇ ਸੁਣਨਾ। ਜੋ ਤੁਸੀਂ ਸੁਣ ਰਹੇ, ਕਦੇ ਵੀ ਗੁਰਦੁਆਰੇ ਆਓ, 5 ਮਿੰਟ 10 ਮਿੰਟ 15 ਮਿੰਟ ਜ਼ਰੂਰ ਬੈਠਿਆ ਕਰੋ। ਕਬੀਰ ਏਕ ਘੜੀ ਆਧੀ ਘੜੀ, ਦੇਖੋ ਸਾਨੂੰ ਕਿੰਨੀ ਕੰਸੈਸ਼ਨ ਵੀ ਦਿੱਤੀ ਹੋਈ ਹੈ। ਅੱਧੀ ਘੜੀ, ਇੱਕ ਘੜੀ 24 ਮਿੰਟ ਦੀ 12 ਕਰ ਲਓ, ਅੱਧੀ ਉਹਦੀ ਵੀ ਅੱਧੀ ਕਰ ਲਓ। ਦੇਖੋ 6 ਮਿੰਟ ਕੀ ਹੁੰਦੇ ਨੇ, ਐਨੇ ਰਜੇਵਿਆਂ 'ਚੋਂ 6 ਮਿੰਟ। ਕਬੀਰ ਏਕ ਘੜੀ ਆਧੀ ਘੜੀ, ਆਦਿ ਹੂੰ ਤੇ ਆਦ। ਤੇ ਮਹਾਰਾਜ ਮਿਲੇਗਾ ਕਿ ਜੇ ਮੈਂ ਤੁਹਾਡੀ ਸੰਗਤ ਵਿੱਚ ਆ ਕੇ ਬੈਠਾਂਗਾ ਪਿਆਰ ਦੇ ਨਾਲ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋਲਾ। ਜਦੋਂ ਭਗਤਾਂ ਦੇ ਨਾਲ ਗੋਸ਼ਟੀ ਕਰੇਗਾ, ਇਹ ਜਿਹੜੀ ਕਰ ਰਹੇ ਹਾਂ, ਇਹ ਵਿਚਾਰ ਹੀ ਹੈ ਨਾ ਆਪਸ ਵਿੱਚ। ਵਿਚਾਰ ਸੁਣ ਕੇ ਹੀ ਵਿਚਾਰ ਬਦਲੇ ਜਾਣੇ ਜੇ, ਇਹ ਗੱਲ ਨੋਟ ਕਰ ਲਓ। ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਆਗਮਨ ਪੁਰਬ ਮਨਾ ਰਹੇ ਹਾਂ। ਲੱਖਾਂ ਕਰੋੜਾਂ ਬੰਦਿਆਂ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਣਗੇ। ਕੋਈ ਗੁਰੂ ਨਾਨਕ ਪਾਤਸ਼ਾਹ ਹੈ ਤੇ ਨਹੀਂ ਨਾ ਕਰਤਾਰਪੁਰੀਆਂ ਰਾਏ ਪੂਏ ਦੀ ਤਲਵੰਡੀ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ, ਅੰਦਰ ਘਰ ਹੀ ਬੈਠੇ ਰਹੇ ਨੇ। ਹਾਂ, ਦੂਜੇ ਧਰਮਾਂ ਦੇ ਮੈਂ ਨਾਮ ਨਹੀਂ ਲੈਣਾ, ਉਹ ਚਾਹੁੰਦੇ ਨੇ ਕਿ ਰੱਬ ਨੂੰ ਪਾਣਾ ਹੈ ਤੇ ਪਹਾੜਾਂ ਦੀਆਂ ਕੰਧਰਾਂ ਤੇ ਚਲੇ ਜਾਓ, ਖਾਲੀਪਨ ਵੇਖੋ, ਜਿੱਥੇ ਕੋਈ ਨਾ ਵੇਖ ਰਿਹਾ ਹੋਵੇ ਉੱਥੇ ਭਗਤੀ ਕਰੋ। ਗੁਰੂ ਨਾਨਕ ਕਹਿੰਦੇ ਨਹੀਂ, ਜੇ ਭਗਤੀ ਕਰਨੀ ਹੈ ਤੇ ਸੰਗਤ ਵਿੱਚ ਆ ਕੇ ਕਰੋ। ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਨਾਲ ਪੜਿਆ ਕਰੋ ਜਿਹਨੂੰ ਬਾਣੀ ਕੰਠ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਧਿਆਨ ਨਾਲ ਸੁਣ ਰਹੇ ਹੋ। ਹੁਣ ਵੇਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੱਖਾਂ ਕਰੋੜਾਂ ਵੇਖ ਰਹੇ ਹੋਣਗੇ, ਸਾਰੇ ਮੁਕਤ ਹੋ ਗਏ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਟੀਚਰ ਨੂੰ ਵੇਖ ਕੇ ਕੋਈ ਬੰਦਾ ਪਾਸ ਹੋ ਜਾਏ ਤੇ ਫਿਰ ਸਾਰੇ ਵੇਖ ਕੇ ਹੀ ਆ ਜਾਣ ਕਰਨ ਰੋਜ਼। ਨਹੀਂ,
बैठ के टीचर दा ज्ञान विवेक नॉलेज ਉਹਦੇ ਕੋਲੋਂ ਲਾਂਗੇ, अपने हिरदे विच वसावांगे, जीवन विच ढालांगे, फिर जाके पास होवांगे। यही लागू नियम गुरु दे नाल है। हुण गुरु नानक पातशाह नूं 4 उदासियां विच किन्ने ही बंदे शरीर मिले होणगे, सारे मुकत नहीं होए। मुकत ਉਹੀ ਹੋਇਆ है जिन्हें गुरु दे विचार सुने ने। नानक भगतां सदा विगास, सुनिया दुख पाप का नाश। ये कदों? जदों विचार सुने, विचार सुन के विचार बदले जाने जे। मारे गए ना जद सज्जन ठग वाल, असी कहने हैं ठग ना, पर वो तो भाई सज्जन सी। मैं तो कई बारी सोचना ਉਹਦੇ ਵਿੱਚ ਤੇ ਇੱਕ ਔਗਣ ਸੀ। ਮੈਂ ਆਪਣੇ ਹਿਰਦੇ ਵਿੱਚ ਵੇਖਣਾ ਤੇ ਮੇਰੇ ਤੇ ਕਈ ਔਗਣ ਨੇ। ਸਾਨੂੰ ਮਹਾਂਪੁਰਖ ਕਹਿੰਦੇ ਸਨ, ਭਾਈ ਉਹਨਾਂ ਦੀ ਲੈਣ ਵਿੱਚ ਲੱਗ ਜਾ, ਜੇ ਕਿਤੇ ਸੱਜਣ ਬਖਸ਼ਿਆ ਗਿਆ ਤੇ ਤੂੰ ਵੀ ਬਖਸ਼ਿਆ ਜਾਏਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਕੰਮ ਕੀ ਸੀ ਉਹਦਾ? ਆਏ ਗਏ ਦੀ ਸੇਵਾ ਸਰਾਂ ਬਣਾ ਰੱਖੀ ਸੀ, ਸੇਵਾ ਕਰਨੀ। ਵੇਖ ਕੇ ਫਿਰ 2 दिन ਰਹਿਣਾ ਉਸਨੇ, ਫਿਰ ਉਹਦੇ ਕੋਲ ਮਾਲ ਮੱਤਾ ਹੋਣਾ, ਲੁੱਟ ਲੈਣਾ ਤੇ ਕਦੀ ਮਾਰ ਵੀ ਦੇਣਾ। ਇਤਿਹਾਸ ਹੈ, ਮੈਂ ਟੂਕ ਮਾਤਰ ਲੈ ਰਿਹਾ। ਗੁਰੂ ਨਾਨਕ ਪਾਤਸ਼ਾਹ ਜਦ ਤਾਰਨ ਵਾਸਤੇ ਗਏ ਤੇ ਸੱਜਣ ਦੀ ਉਸ ਸਰਾਂ ਤੇ ਗਏ। ਮਹਾਰਾਜ ਜਾਣਦੇ ਸਨ। जद बैठे अंदर गए तो वेख्या शरीर नूं, महाराज दे नूं जलाल वेख्या चेहरे दा, हथ महाराज दे कर वेखे नाल मरदाना। मन विच खटका हो गया कि ये कोई वड्डा ही फकीर लगदा है, माल मत्ता भी इस कोल ज़्यादा ही होएगा। मैं पहला गल कर रहा कि साडा जिहड़ा कंसैप्ट है ना दर्शन दा है। सेवा की 2 दिन लग गए। हुण देखते गुरु नानक नूं 2 दिन तो रहे, बदलाव नहीं आया। जद तीजी रात पई ना, लंगर तैयार किया ते विच जहर पाया। जो इतिहास है, वख-वख इतिहासकारां ने वक्री वक्री लस्सी लैके आया, जो भी है। महाराज जानते सन। गुरबाणी की पंक्ति आती है, उगड़ गया जैसे खोटा ढबुआ, नदर सराफे आया, अंतरजामी सब किच जाने, उसते कहाँ छपाया। खोटा ढबुआ होंदा ना जिहड़ा, दुनिया दे विच तुसीं भावें खोटे सिक्के नूं जिन्नी मर्जी मुल पवा लो, पै सकदा है, पर जदों सराफ दे हत्थे चढ़दा है ना, वो मुल दसदा है कि की इस नदर सराफे आया, उबड़ गया जैसे खोटा ढबुआ। उदों पता लगता है, फिर सराफ उहदी कीमत पांदा है, भाई ये तो खोटा ही, जियों मैले बाहरों निर्मल, बाहरों निर्मल जियों ता मैले, तिनी जन्म जुए हारिया। साडी हालत, मैं तां कह रहा, मैं अपने मन की पत्री वाचां, तुसी अपने मन नूं देखो, मैं किसी वाल इशारा नहीं। विचार सुन के विचार बदले जाने जे, नहीं बदले सज्जन दे। मारे 2 दिन रहे भी, पर जद लैके आया उस मंशा नाल कि इस फकीर कोल कुछ माल मत्ता ज़्यादा है, तो मैं ये पीन लंगर छकणगे तो इन्हां दी मौत होएगी, तो मैं लुट लवांगा। ऐसे भी ने, नहीं गुरु घरां दे विच भी आके चोरी कर जाते जे, मनु खेमा कर देना। ऐसे भी ने जिहड़े लंगर भी लाते हैं, सब तरह के ने। ते महाराज ने पूछया, हुण विचार होई। देखो पहला वेख रहे सी 2 दिन तो, हुण बैठिया सामने। महाराज ने कहा तेरा नाम की है? हुण विचार सुनी ना, कहंदा जी सज्जन।
महाराज कहते ने नाम सज्जनी ते काम भी सज्जन वाले करया कर। कपाट खुल गए, पता लग गया अंदर दा। बाबे नूं किवें पता लग गया? तो गुरु ते जानदा है, जाने बिरथा सभा मन की होर किस पे आग सुनाइए। वो ते साडे मन दियां वासनावां भैड़े विकारां नूं भी जानदा जे, जिहड़े असीं कमाए भी नहीं हले पर अंदर साडे चल रहे ने, जिहड़े भैड़े विकार गुप्त रूप विच। तां ही अक्सर असीं स्टेजां ते बैठ के भी बेनती करीदी है भैणां वास्ते, खास तौर ते मैनूं खिमा कर देना कि लिबास सही पाया करो। तुसी लिबास भैड़ा पाओगे ना, सामने वाले दे वेख के गुप्त रूप विच विकार चलणगे, उहदे भागीदार तुसी भी बनोगे। धन ने वो बीबियां जिन्हां ने दस्तारां भी सजाइयां ने, अपना रूप गुरु आश्रय अनुसार रखा है। प्यार नाल आखो सतनाम श्री। आवाज़ घट आ रही है, मैनू जदों कहोगे मैं समाप्ति कर दांगा, मैनू कोई नहीं है, पर तुहाडा कथा तुसी करानी है मेरे को। प्यार नाल आखो सतनाम श्री। मैनू भी पता लगता है कि तुहानू कोई गल समझ आ रही है, बई जो मैं मूड़ा बोल रहा। कहते कम सज्जन वालिया करया कर। रो पिया उज्जल के हा महाराज ने बचन ने उत्ते गुरु ग्रंथ साहिब दे बोल ने, आप जी नूं कंठ होणगे। उज्जल के हा चिलकना घोटम कालड़ी मस, धोतियां झूठ ना उतरे जे सो धोवां तिस, सज्जन सेई नाल मैं चलदियां नाल चलन, जिथे लेखा मंगीए तिथे खड़े दिसन। महाराज कहते ना के दा भांडा हुंदा ना, बजुर्ग बैठे ने उन्होंने पता अजकल तो स्टील का ही चल रहा है या क्रॉकरी मैला माइन जो भी है। पहला के दे भांडे हुंदे सन। वो की हुंदा सी कि जिन्ने मर्जी उन्होंने धो लो, वो कह दे भांडे दे अंदरों जिहड़ी कालक है ना वो नहीं जाती। महाराज ने उदाहरण दिता, क्योंकि गुरबाणी ना उदाहरण दे के समझाया, या तो पशु पक्षियों की या वनस्पति की एग्जाम्पल दे के सानू समझाया। मच्छी का उदाहरण, हाथी का उदाहरण, कुत्ते का उदाहरण, बबीहे का उदाहरण, बड़े उदाहरण तुहानू मिलणगे कि वो भांडा वो वजह देखण नू लिशकना है पर अंदर ते नीरी कालक है। साडी ते वो हालत नहीं है। मैं तां ही कहा, मैं साखी सुना के टुर जावां, तुसीं सुन के चले। हुण विचार हो रहे हैं, उन्होंने विचार सुने गुरु नानक दे, विचार बदल गए। ध्यान देना, मुझे गल याद आ गई है। कुम्हार एक बारी ना भांडे बना रहा सी। भांडे बनाते सी मिट्टी दे, ते चिलम बनाता। चिलम समझते हो जिहड़ी हुक्के ते लगदी उपर, बड़े सालों तो बना रहा सी। घर वाली कहती है गर्मी आ रही है, इस बारी तुसी ना सुराही बनाओ, कड़ा बनाओ। चिलम ते बहुत बनाई है तुसी। वो सियाणी सी घर वाली, कहता है भागवत ने मैं इन्ने साल हो गए ने, मैं तो चिलम तो इलावा कुछ बनाया ही नहीं है। उन्हें कहा इस वारी सीजन है, तुसी यही बनाओ। जदों सुराही बना रहा सी, बड़ियां सुराहियां बनियां। एक सुराही बोल पई बनन तो बाद कुमार नूं की कहंदी है, कुमार इन्ने समय तू बनाई नहीं, अज तू सुराही बना दी है मेरी, मैं तेरा धन्नवाद कर रही हाँ। ये सुराही बोल रही है। वो कुमार कहता तू मेरा क्यों धन्नवाद, मैं की कीता है? कहते ने मैं सारी उम्र तू मेरी मिट्टी मनु तू चिलम बनाती रही है, तो मैं धन्नवाद तां कीता, तू सुराही बना रही है, बनाया है मेरे वास्ते। सारी उम्र मैं आप सड़दी सी, जेड़ा भी इस चिलम नूं हुक्का पींदा सी वो भी सड़दा सी। हुण इहदे विच पानी पाणगे,
ਉਹ ਮੈਂ ਵੀ ਠੰਡੀ ਰਹਾਂਗੀ, ਜਿਹੜਾ ਪੀਏਗਾ ਉਹ ਵੀ ਠੰਡਾ ਰਹੇਗਾ। ਕਿੰਨੀ ਵੱਡੀ ਗੱਲ ਹੈ। ਉਹ ਕੁਮਾਰ ਕਹਿੰਦਾ ਇਹ ਤੇ ਮੈਂ ਸੋਚਿਆ ਹੀ ਨਹੀਂ। ਤੇ ਉਹ ਸੁਰਾਈ ਕਹਿੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਯਾਦ ਆਇਆ? ਕਹਿੰਦਾ ਮੇਰੇ ਘਰ ਵਾਲੀ ਨੇ ਕਿਹਾ ਤੇ ਮੈਂ ਵਿਚਾਰ ਬਦਲ ਦਿੱਤਾ। ਸੁਰਾਈ ਪਤਾ ਕੀ ਕਹਿੰਦੀ ਹੈ? ਬੜੇ ਕੀਮਤੀ ਬੋਲ ਕਹਿੰਦੇ ਤੁਹਾਡੇ ਤੇ ਵਿਚਾਰ ਬਦਲੇ, ਮੇਰਾ ਜੀਵਨ ਹੀ ਬਦਲ ਗਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਵਿਚਾਰ ਸੁਣ ਕੇ ਵਿਚਾਰ ਬਦਲੇ ਨੇ। ਆਪਣੇ ਜੀਵਨ ਨੂੰ ਜੇ ਤੁਸੀਂ ਗੁਰੂ ਦੇ ਟਰੈਕ ਤੇ ਲਿਆਣਾ ਹੈ ਨਾ, ਤੇ ਗੁਰੂ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਹਿਣਾ, ਫਿਰ ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਕਿ ਮੇਰੀ ਮਰਜ਼ੀ ਹੈ ਮੈਂ ਐਵੇਂ ਕਰਾਂਗਾ। ਅੱਜ ਸਾਡੀ ਹਾਲਤ ਇਹੀ ਹੈ ਜੀ, ਗੁਰਦੁਆਰੇ ਮੇਰੇ ਅਕੋਰਡਿੰਗ ਚੱਲਣ ਨਹੀਂ। ਇੱਥੇ ਆਓ ਜ਼ੀਰੋ ਬਣ ਕੇ। ਜਿਹੜਾ ਵੀ ਕੋਈ ਅਹੁਦਾ ਹੈ, ਮਾਇਆ ਦਾ ਅਹੁਦਾ ਹੈ, ਕੋਈ ਪੋਸਟ ਦਾ ਅਹੁਦਾ ਹੈ, ਸਾਨੂੰ ਜਿਨ੍ਹਾਂ ਕੋਲ ਅਸੀਂ ਸੰਥਿਆ ਲੈਂਦੇ ਸਨ ਉਹ ਕਹਿੰਦੇ ਸਨ ਇਹ ਨਾ ਜੋੜੇ ਘਰ ਦੇ ਬਾਹਰ ਹੀ ਲਾ ਦਿਆ ਕਰੋ। ਜ਼ੀਰੋ ਬਣੋਗੇ ਤੇ ਇੱਕ ਦੇ ਕੋਲ ਆਓਗੇ, ਇੱਕ ਦੇ ਪਿੱਛੇ ਲੱਗ ਜਾਓਗੇ, ਤੁਹਾਡਾ ਮੁੱਲ ਪੈ ਜਾਏਗਾ। ਜ਼ੀਰੋ ਦੀ, ਸਿਫਰ ਦੀ ਕੋਈ ਵੈਲਿਊ ਨਹੀਂ ਜੇ। ਜਦੋਂ ਹਿੰਸਾ ਇੱਕ ਲੱਗਦਾ ਨਾ, ਫਿਰ ਉਹੀ ਜ਼ੀਰੋ 10 ਵੀ ਹੋ ਜਾਂਦੀ ਹੈ, 100 ਵੀ ਹੋ ਜਾਂਦੀ ਹੈ, 1000 ਵੀ ਹੋ ਜਾਂਦੀ ਹੈ, ਅਸੰਖ ਵੀ ਹੋ ਜਾਂਦੀ ਹੈ। ਤੋ ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਅਸੀਂ ਬਹੁਤ ਹੱਦ ਤੱਕ ਇਹ ਸਮਝ ਗਏ ਹਾਂ ਕਿ ਗੁਰੂ ਦੇ ਦਰਸ਼ਨ ਬੈਠ ਕੇ ਗੁਰੂ ਦੀ ਬਾਣੀ ਨੂੰ ਸੁਣਾਂਗੇ, ਵਿਚਾਰ ਸੁਣਾਂਗੇ ਤੇ ਤਾਂ ਦਰਸ਼ਨ ਨੇ। ਘਰ ਜਾ ਕੇ ਐਵੇਂ ਨਾ ਕਹਿ ਦੇਣਾ ਮੈਂ ਬਸ ਆਇਆ ਦਰਸ਼ਨ ਕੀਤੇ ਤੇ ਚੱਲ। ਕਈ ਮੇਰੀਆਂ ਭੈਣਾਂ ਅੰਧ ਵਿਸ਼ਵਾਸ ਵਿੱਚ ਮੈਨੂੰ ਕਹਿਣ ਦੇਣਾ, ਉਹ ਮਹਾਰਾਜ ਦੇ 4 ਪੀੜੇ ਹੁੰਦੇ ਨਾ ਪਾਵੇ, ਉਹਨਾਂ ਨੂੰ ਕੁੱਟਣ ਲੱਗ ਪੈਂਦੇ ਨੇ। ਕਈ ਕਹਿੰਦੀਆਂ ਨੇ, ਕਈ ਜਗ੍ਹਾ ਤੇ ਅਸੀਂ ਬੈਠੇ ਸਨ ਤਾਂ ਵੀ ਇੱਕ ਮਾਈ ਆਈ, ਕਹਿੰਦੀ ਹੈ ਜੀ ਰੁਮਾਲਾ ਸਾਹਿਬ ਉੱਪਰ ਕਰੋ, ਮੈਂ ਦਰਸ਼ਨ ਕਰਨੇ ਨੇ। ਹੱਦ ਹੋ ਗਈ। ਚਲੋ ਪਾ ਵੀ ਅਗਰ 2 ਨੇ 4 ਨੇ ਤੇ ਬੰਦੇ ਦੇ 2 ਪਾਉ ਹੁੰਦੇ ਨੇ। ਸੋਚ ਕਿੱਥੇ ਵੇ? ਗੁਰੂ ਦੇ ਕਨਸੈਪਟ ਨੂੰ ਸਮਝ ਹੀ ਨਹੀਂ ਪਾਏ ਅਸੀਂ। ਗੁਰੂ ਦੇ ਸ਼ਬਦ ਹੈ। ਤੋ ਅਸੀਂ ਇੱਕ ਕਨਸੈਪਟ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਜੀਵਨ ਦੇ ਵਿੱਚ ਆਪਣੇ ਵਿਚਾਰ ਬਦਲਨੇ ਨੇ ਤੇ ਗੁਰੂ ਦੇ ਵਿਚਾਰ ਸਾਨੂੰ ਸਰਵਣ ਕਰਨੇ ਪੈਣਗੇ। ਮੈਂ ਬੜਾ ਸੌਖਾ ਤਾਂ ਸਮਝ ਰਿਹਾ ਕਿ ਸਾਨੂੰ ਸਮਝ ਆ ਜਾਏ। ਤੋ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਸੰਸਾਰ ਵਿੱਚ ਹੋਇਆ। ਚਾਰੋਂ ਤਰਫ ਭਰਮ, ਵਹਿਮ, ਕਰਮ ਕਾਂਡ, ਪਖੰਡ ਦਾ ਜ਼ੋਰ ਸੀ। ਆਪਣੇ ਧਰਮ ਨੂੰ ਪਿੱਛੇ ਰੱਖ ਕੇ ਮਾਇਆ ਦੀ ਖਾਤਰ ਲੋਕਾਂ ਨੂੰ ਭਰਮਾਂ ਵਿੱਚ ਪਾਇਆ ਹੋਇਆ ਸੀ। ਬੜੀ ਸੌਖੀ ਗੱਲ ਹੈ ਕਿ ਆਪਣੀ ਦੁਕਾਨ ਚੱਲਣੀ ਚਾਹੀਦੀ ਹੈ। ਕਾਦੀ ਕੂੜ ਬੋਲ ਮਲ ਖਾਏ। ਕਾਦੀ ਦਾ ਧਰਮ ਸੀ ਕਿ ਅੱਛੀ ਗੱਲ ਫਤਵੇ ਦੇਣੇ, ਪਰ ਉਹ ਆਪ ਹੀ ਝੂਠ ਬੋਲਣ ਲੱਗ ਪਿਆ। ਚਾਰ ਸਾਹਿਬਜ਼ਾਦੇ, ਛੋਟਿਆਂ ਦੇ 2 ਸਾਹਿਬਜ਼ਾਦੇ, ਕਿਹੜਾ ਕਾਜੀ ਫਤਵਾ ਜਾਰੀ ਕਰੇਗਾ ਕਿ ਬੇਕਸੂਰਾਂ ਨੂੰ ਫਾਂਸੀ ਦਿੱਤੀ ਜਾਵੇ, ਨੀਹਾਂ ਵਿੱਚ, ਵਾਹਿਗੁਰੂ ਨੀਹਾਂ ਵਿੱਚ ਚਰਾਇਆ ਜਾਏ। ਕੋਲਾ ਇਹ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਕਾਏ। ਉਹ ਜੀਆਂ ਦੀ ਘਾਤ ਕਰੀ ਜਾ ਰਿਹਾ ਹੈ ਤੇ ਇਸ਼ਨਾਨ ਕਰਕੇ ਸਮਝਦਾ ਹੈ ਪਾਪ ਕਰੇ ਪੰਚਾਂ ਕੇ ਬਸ,
बस वो इस चक्कर विच जोगी जुगत ना जाने अंध, जोगी लोग जिन्होंने समझ आ गई वो इथों पहाड़ों ते अलग चले गए, बाकियां ने आप ही अन्ने होए पे ने, मिलाप की कराना सी वो आप ही कुराए पाई जा रहे हैं। तीने उजाड़े का बंद, ये तीनों धर्म के आगू जद आगू ही माड़े हो जान, हुण इत्थे जे प्रबंधक कमेटी किसी होर दी है, जे असी आप ही करप्ट हो जाइए तो फिर दसो अगे की बनेगा। बाबा जी गए ना जिथे तुसी पूरी जाते हो दर्शन करन, जेड़े गए ने उत्थे पंडित जी कुछ इस तरह का ही कर रहे सन। अगे कटोरा रख लिया, अखां बंद करके ते एक कोई पदम आसन हुंदा है, लत्त दे विच लत्त फसा के ते महाराज ने जिक्र भी किया, आंट सेती नाक पकड़े, आंट हुंदी है अंगूठा, इस तरह नक फड़ के सूझ ते तीन लो, अखां बंद करके ना ते संगत बैठी सी ते तिन्ना भवनां दीयां गल्लां कर रहे कि मैनू ज्ञान है तीन भवनां दा, विचारां बड़ियां उच्चियां कर रहे। गुरु नानक पातशाह जद मुबारक चरण उस धरती ते पे मरदाना सी, महाराज ये की हो रहा है, ये पंडित जी कोई उच्ची अवस्था के मालक लग रहे हैं, तीन भवनां की गल कर रहे हैं, ज्ञान दे रहे हैं। महाराज मुस्करा पे, महाराज नूं तो पता सी, महाराज कहते मरदानिया ये जड़ा इहदा अगे कटोरा पिया ना, ये चुक के इन्हां पिछे रख दे, उहदियां अखां बंद ने, चुक के रख दित्तियां। हुण जिहड़ी आवाज़ आ रही सी माया दी टक टक दी, ये साडे वास्ते भी जे मैं कथा कर रहा मेरा ध्यान माया विच है या कीर्तनियां कोई भी है, इत्थे पंडित जी की गल नहीं जे, मैं पहला कहा वे ठीक है माया जरूरी है, पर जे माया वाल ध्यान रख के कथा कीर्तन कर रहे हैं तो वह भी नहीं परवान, मनु खिमा कर देना। थोड़ी देर आवाज़ नहीं आई तो अखां खुलियां, कहंदा जी मेरा लोटा कित्थे। महाराज कोल बैठ गए, कहते पंडित जी हुणे ते तीन लोगों की गल कर रहे सन ते तुहानूं कोल पिया लोटा नज़र नहीं आ रहा। ढंग सी, नवेकला ढंग सी, महाराज ने ना किसी नूं कदी सवाल नहीं किया। महाराज इस तरह का सामने आते सन कि अगला सवाल करन जोगा हुंदा सी। हरिद्वार गए, वो पानी दे रहे सन सूरज नूं ते महाराज ने यह नहीं कहा तुसीं गलत कर रहे हो। महाराज पुठे होके अपने करतारपुर खेतां नूं पानी देन लग पे, सवाल आपे ही बन गया कि यह तुसीं किहड़ी पुठी रीत चला रहे हो जी। महाराज कहंदे तुसीं की कर रहे हो, हुण आ गया सवाल सामने, हुण विचार होए। पहला पंडित जी नहीं समझ पाए, कहते जी सूरज नूं पानी दे रहे हैं, तो महाराज कहते मैं तो अपने जल्दी च आया, करतारपुर खेत सी ते पानी देना भुल गया, मैं क्या चलो याद आया पानी दे देना। वो इन्नी दूर कित्थे पानी पहुँचेगा, कहते ने इत्थे चंद किलोमीटर है, तो लखां किलोमीटर ते जेड़ा सूरज है उन्होंने किवें पहुँचेगा। समझ आ गई, जेड़े ते उस वेले समझ गए उन्होंने तो देना हट गए, जिन्होंने समझ नहीं आई वो अज तक दे रहे हैं। मैं तो कई सिख भी देखना वा सवेरे उठ के लगे होंगे ने। गुरपुरब मनाने का भाव यही है कि साडियां कुरीतियां निकल जाना है। जिस तरह चाह पाउंदे हो ना तुसी, घर गृहणियां बनांदियां ने मेरियां भैणां वीरां मातावां, ते पत्ती उत्थे रह जाती है, चाह आ जाती है ना, खोट सारी साड़ी निकल जाए। ते कहंदा लोटा मेरा कित्थे। महाराज ने फिर यही शब्द उत्थे उचारिया, आंट सेती नाक पकड़े सूझते तिन लो मगर पाछे कछु न सूझे। ये पदम लो जिहड़ा तू आसन ला के बैठा है, पिछे तेरा कटोरा पिया तैनूं वो नज़र नहीं आ रहा, तू तीन लोगों की कित्थों गल कर रहे हैं। ये ज्ञान सी, समझ गया।
पैरी पै गया महाराज दे चरने। तो करतारपुर साहब जाके महाराज ने अखीरला समा जिहड़ा बच्चा पढ़ रहा सी ना, मैं क्या चलो ये ही कुछ ले लीए। इन्हें 3 सिद्धांत बड़े अच्छे बोले ने, ये मैं गल कह के फिर समाप्ति करांगे। इस सिद्धांत को समझ के जाना जे। प्यार नाल आखो सतनाम श्री वाहिगुरू, सतनाम श्री। अखीरला समा महाराज ने हथी किरत की है। ये जिहड़ा सिद्धांत है करतारपुर तो ही महाराज ने, ये उत्थों ही महाराज ने ये उपदेश किया से। सारे धर्म ध्यान नाल सरवण करना, नाम जपन की गल करते ने, अच्छी गल है। गुरु नानक भी नाम जपन की गल कर रहे हैं, पर नवेकला ढंग की है ये गल वेचने। नाम वो भी कह रहे हैं, महाराज भी कहते हैं, ये अहेरा कीनो दान नानक के घर केवल नाम। रोज पढ़ीदा भाई परापद मानू देहरिया गोविंद मिलन की, ए तेरी बरिया अवर काज तेरे किते ना काम, मिल साज संगत भज केवल नाम की गल हो रही है। पर मैं जदों गुरु नानक पातशाह दे सिद्धांत पढ़ना ध्यान नाल, इत्थे महाराज ने ना नाम जपन की गल नहीं कि दूजे नंबर ते कहिए, पहला कहिए किरत करो। देखो किन्नी वड्डा सिद्धांत भी वेखो, ये नहीं मना नहीं कर रहे कि नाम नहीं जपना, जपना है। किरत पहला करनी है, किरत विरत कर धर्म दी हथों दे के भला मनावे। किरत पहला क्यों कह दी है? नाम जपन नूं नहीं कहा पहला। अज बहुत मतावां भैणां वीर कई वारी जिथे बैठदे हैं ना, यही गल कहंदे ने, वीर जी नाम जपने आ ना मन नहीं जुड़दा। बड़ी वड्डी गल च सब दा ही सवाल है। परिवार च बैठे हैं, हसी मजाक कर रहे हैं, 3-3 घंटे बीत जाते हैं, पता ही नहीं लगता। फिल्म देखन जाओ, वो पता ही नहीं लगे टाइम का। भैणां नाटक देखदियां ने, प्ले देखदियां ने, घंटा पता ही नहीं लगता। कोई बच्चा शोर पाए की कर रहे हैं, चुप हो जा, कई चंड भी लगा देंदियां ने। क्योंकि हमारे कहते ना, कूड़ कूड़े नेहो लगा विसरिया करतार। अंदर कूड़ सी, बाहर कूड़ चल रहा सी, वो प्यार पै गया। नाम क्यों नहीं जपन होंदा? अंदर कूड़े बाहर सच है, वो मेल ही नहीं खाता। नाम जपन वक्त सानू ख्याई क्यों होंदी है? अंदर कूड़ है। तो कोई कूड़ की गल हो रही होवे, हट जाओ भाई। वो कहते ना, चंगियाई आलक करे, बुराई होए शेर। कोई चंगा काम होए ना, आलस आ जाता, भाई तू कर लै, चलो संगत ही चलने। अमृत वेले कईयों नूं कहने चलो उठ के गुरु दे द्वारे, बड़ी पिठ दर्द हो रही है, या कितने घर च सारे गल्लां कर रहे हैं, चलो बैठ के परिवार सुमणी साहब करो, 2 घंटे की गल कर रहे हैं, सुमणी साहब का पाठ करो। कोई कहेगा मेरी कमर दर्द है, मैनू देर हो रही है, भावें वो गल्लां 4 घंटे चलदियां होंदियां, मैनू खीमा कर देना। जब पाठ की वारी आएगी ना, कोई इंज हो जाएगा, कोई बिल्कुल ही अपना आप ही सुट। गुरुद्वारे भी मैं देखना कहीं बिल्कुल ढोल आके बिल्कुल अपना आप ही सड़ देंदे ने। एक मैं किसी दी वेख के नहीं, एक मैं जन वे ना गल कर रहा कि अक्सर होंदा है, अंदर जो है वो बाहर आंदा है तो सेम होंदा है। सवाल यही है कि साडा मन नहीं जुड़ता। तो गुरु नानक पातशाह ने इस दे रिलेटिड गल की है, किरत करो। मैं तुहाडे ध्यान उत्थे लिया रहा, जिस बंदे दी किरत सुच्ची होएगी ना, वो जद अमृत वेले जाग के सिमरन करेगा, उसका मन जुड़ेगा। किरत दे नाल संबंध जे नाम दा, तां ही कहना 10 ਨੂੰਹਾਂ ਦੀ कमाई खानी चाहिए। जे किसी नाल मैं ठगी की होएगी, वो परपंच कर पर धन लियावे, कबीर साहब कह रहे हैं, सुत दारा पे आन लुटावे, मन मेरे भूले कपट न कीजे, अंत निबेरा तेरे जी पहली जे।
ਜੇ ਮੈਂ ਕਿਸੇ ਭਰਾ ਦਾ ਹੱਕ ਮਾਰਿਆ ਹੋਏਗਾ ਤੇ ਸਵੇਰੇ ਮੈਂ ਸਿਮਰਨ 'ਚ ਜੁੜਾਂਗਾ ਤੇ ਜੁੜ ਸਕਣਾ? ਸੋਚੋ। ਜੇ ਮੈਂ ਜਠਾਣੀ ਨਾਲ ਲੜੀ ਹੋਵਾਂਗੀ, ਸੱਸ ਨੂੰ ਬੁਰਾ ਭਲਾ ਕਿਹਾ ਹੋਏਗਾ ਜਾਂ ਸੱਸ ਨੇ ਨੂੰਹ ਨੂੰ ਕਿਹਾ ਹੋਏਗਾ, ਸਵੇਰੇ ਬੈਠਾਂਗਾ ਮੈਂ ਸਿਮਰਨ ਵਿੱਚ ਜੁੜ ਸਕਾਂਗਾ? ਇਹ ਵੀ ਵਪਾਰ ਹੈ। ਉਸਤਤ ਮਨ ਮੇ ਕਰ ਮਨ ਮੇਰੇ, ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਇਹ ਸਤ ਵਿਵਹਾਰ ਕੀ ਹੈ? ਇਹ ਖਾਲੀ ਇਹ ਨਾ ਸਮਝਣਾ ਕਿ ਕੋਈ ਜੌਬ ਤੇ ਜਾ ਰਿਹਾ ਜਾਂ ਬਿਜ਼ਨਸ ਕਰ ਰਿਹਾ, ਭੈਣਾਂ ਵਾਸਤੇ ਵੀ ਹੈ। ਤੁਹਾਡੀ ਬੋਲ ਸਹੀ ਹੋਣਗੇ ਨਾ, ਉਹ ਮਾਰੇ ਕਹਿੰਦਾ ਟੂਟ ਪ੍ਰੀਤ ਗਈ ਬੁਰ ਬੋਲ। ਪ੍ਰੀਤ ਕਦੋਂ ਟੁੱਟਦੀ ਹੈ? 30-30 ਸਾਲ ਦੇ ਪਿਆਰ ਹੁੰਦੇ ਨੇ, ਕਿਉਂ ਟੁੱਟ ਜਾਂਦੇ ਨੇ? ਬੁਰੇ ਬੋਲਣ ਨਾਲ। ਚੰਗਾ ਬੋਲਦਾ ਤੇ ਕਿੰਨੀ ਨੂੰਹ ਸੱਸ ਦੀ ਬਣਦੀ ਹੈ। ਲੜਾਈ ਕਦੋਂ ਹੁੰਦੀ ਹੈ? ਟੂਟ ਪ੍ਰੀਤ ਗਈ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਬੜੇ ਕੀਮਤੀ। ਤਾਂ ਹੀ ਮਾਰੇ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ, ਕੋੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ। ਉਹ ਤੇ ਬੋਲਣਾ ਹੀ ਨਹੀਂ ਚਾਹੁੰਦਾ, ਤੇ ਜੇ ਤੂੰ ਉਹਦੀ ਵਿਚਾਰਧਾਰਾ ਲਏਗਾ ਤੂੰ ਵੀ ਭੁੱਲ ਜਾਏਗਾ ਬੋਲਣਾ ਮਾੜਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੁਣ ਸਤ ਵਿਵਹਾਰ ਹੋ ਗਿਆ। ਬਿਜ਼ਨਸ ਵਿੱਚ ਮੈਂ ਕਿਸੇ ਨਾਲ ਠੱਗੀ ਨਹੀਂ ਮਾਰੀ, ਮੇਰਾ ਸੁਧ ਵਿਵਹਾਰ ਹੈ, ਮੈਨੂੰ ਟੈਨਸ਼ਨ ਨਹੀਂ ਹੈ। ਜੇ ਮੈਂ ਕਿਸੇ ਦਾ ਹੱਕ ਮਾਰ ਕੇ ਹੱਕ ਪਰਾਇਆ, ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਉੱਥੇ ਫਿਰ ਕਿਸੇ ਨੇ ਨਾ ਦਰਗਾਹ ਦੇ ਵਿੱਚ ਜਾਮਨ ਨਹੀਂ ਭਰਨਾ, ਨਾ ਗੁਰੂ ਨੇ ਨਾ ਪੀਰ ਨੇ ਨਾ ਪਰਮਾਤਮਾ ਨੇ। ਤੇ ਮਹਾਰਾਜ ਨੇ ਪਹਿਲੀ ਗੱਲ ਹੀ ਕਹੀ ਹੈ ਕਿ ਮੇਰਾ ਸਿੱਖ ਹੋਏਗਾ ਤੇ ਸੁੱਚੀ ਕਿਰਤ ਕਰੇਗਾ। ਆਪ ਹੱਥੀਂ ਕਿਰਤ ਕਰਕੇ ਸਾਨੂੰ 15-16 ਸਾਲ, ਕੋਈ 18 ਸਾਲ ਵੀ ਕਹਿੰਦਾ। ਚਲੋ ਉਸ ਵੱਲ ਨਹੀਂ ਜਾਣਾ, ਉਹ ਇਤਿਹਾਸਿਕ ਉਹ ਕੁਝ ਮਸਲੇ ਹੁੰਦੇ ਹਨ। ਚਲੋ ਮਤਲਬ ਮਹਾਰਾਜ ਕਹਿਣਾ ਚਾਹੁੰਦੇ ਨੇ ਕਿ ਕਿਰਤ ਸੁੱਚੀ ਕਰੋਗੇ ਤੁਹਾਡਾ ਸਵਾਲ ਹੀ ਖਤਮ ਹੋ ਜਾਏਗਾ। ਬੜਾ ਪਿਆਰ ਕਰਦੇ ਜੇ ਗੁਰੂ ਨਾਨਕ ਪਾਤਸ਼ਾਹ, ਸੁੱਚੀ ਕਿਰਤ ਕਰਨ ਵਾਲਿਆਂ ਤੋਂ ਬਹੁਤ ਪਿਆਰ ਕਰਦੇ ਜੇ। ਮੈਂ ਇੱਕ ਇਤਿਹਾਸ ਵਿੱਚ ਗੱਲ ਪੜ੍ਹ ਰਿਹਾ ਸੀ। ਇੱਕ ਪਿੰਡ ਵਿੱਚ ਗਏ ਗੁਰੂ ਨਾਨਕ ਪਾਤਸ਼ਾਹ, ਮਰਦਾਨਾ ਸੀ ਨਾਲ, ਸਾਰਾ ਪਿੰਡ ਇਕੱਠਾ ਹੋ ਗਿਆ। ਸਾਰੇ ਗੁਰੂ ਨਾਨਕ ਨੂੰ ਆ ਕੇ ਮਿਲਣ, ਦਰਸ਼ਨ ਕੀਤੇ ਮਹਾਰਾਜ ਦੇ। ਮਹਾਰਾਜ ਬੜੇ ਸਾਰੇ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ, ਪਰ ਮਹਾਰਾਜ ਇੱਧਰ ਉੱਧਰ ਦੇਖ ਰਹੇ ਸਨ। ਤੇ ਕਿਸੇ ਸਿੱਖ ਨੇ ਪੁੱਛਿਆ, ਮਹਾਰਾਜ ਸਾਰਾ ਪਿੰਡ ਤੇ ਇੱਥੇ ਵੇ, ਤੁਸੀਂ ਕਿਹਨੂੰ ਲੱਭਦੇ ਵੇ? ਇਹ ਗੱਲ ਹੁਣ ਸੋਚਣਾ, ਆਪਣੇ ਤੇ ਲਾਗੂ ਕਰਨਾ। ਜੇ ਅਸੀਂ ਕਿਰਤ ਸੁੱਚੀ ਕਰਾਂਗੇ ਨਾ, ਸਾਨੂੰ ਗੁਰੂ ਨਾਨਕ ਢੂੰਡੇਗਾ। ਇਹ ਲੰਗਰ ਜਿਹੜੇ ਲੱਗਦੇ ਨੇ ਨਾ, ਪੂਰੇ ਵਰਲਡ ਵਿੱਚ ਜਾਂਦੀ ਹੈ ਨਾ ਮੈਸੇਜ, ਇਹੀ ਹੋਈ ਕਿਰਤ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਨੇ ਮੈਂ ਉਹ ਡਿੱਗੀ ਵਾਲੇ ਨੂੰ ਲੱਭ ਰਿਹਾ। ਪਹਿਲਾਂ ਪਤਾ ਕੀ ਹੁੰਦਾ ਸੀ, ਸਾਈਕਲ ਤੇ ਨਾ ਮਸਾਲੇ ਹੁੰਦੇ ਨਾ, ਡੱਬੀਆਂ 'ਚ ਪਾ ਕੇ ਨਾ ਸਾਰੇ ਮਸਾਲੇ ਵੇਚਦੇ ਸਨ। ਮਹਾਰਾਜ ਕਹਿੰਦੇ ਮੈਂ ਉਹ ਡਿੱਗੀ ਵਾਲੇ ਨੂੰ ਲੱਭ ਰਿਹਾ। ਉਹ ਕੁਦਰਤੀ ਸਾਹਮਣੇ ਆ ਰਿਹਾ ਹੁੰਦਾ ਹੈ। ਸਿੱਖ ਸੀ ਮਹਾਰਾਜ ਦਾ। ਮਹਾਰਾਜ ਆਪ ਚੱਲ ਕੇ ਉਹਦੇ ਕੋਲ ਗਏ, ਹਲੇ ਦੂਰ ਸੀ। ਇੱਥੇ ਮੈਂ ਇੱਕ ਗੱਲ ਹੋਰ ਕਹਾਂ, ਮੈਨੂੰ ਯਾਦ ਆ ਗਈ। ਅਸੀਂ ਕਹਿੰਦੇ ਨਾ ਅਸੀਂ ਗੁਰੂ ਨਾਨਕ ਨੂੰ ਪਿਆਰ ਕਰਨੇ ਆ, ਤੁਸੀਂ ਸਾਰੇ ਕਹਿੰਦੇ ਹੋ। ਸਵਾਦ ਤਾਂ ਹੈ ਗੁਰੂ ਕੇ ਮੈਂ ਇਸ ਨੂੰ ਪਿਆਰ ਕਰਨਾ। ਇੱਕ ਬੱਚਾ ਸੀ, ਅੰਮ੍ਰਿਤ ਵੇਲੇ ਜਾਗਦਾ ਸੀ। ਗੁਰੂ ਨਾਨਕ ਪਾਤਸ਼ਾਹ ਨਾਲ ਮੇਲ ਹੋਇਆ, ਬੜਾ ਖੁਸ਼ ਹੋਇਆ। ਤੇ ਮਹਾਰਾਜ ਨੇ ਨਾ ਇੱਕ ਡਾਇਰੀ ਕੱਚ 'ਚ ਸੀ, ਇੱਕ ਹੱਥ 'ਚ ਸੀ, ਹੁੰਦੀ ਸੀ ਅਕਸਰ। ਪੁੱਛਿਆ, ਮਹਾਰਾਜ ਇਹ ਹੱਥ 'ਚ ਡਾਇਰੀ ਕਾਹਦੀ ਹੈ? ਕਹਿੰਦੇ ਨੇ ਹੱਥ 'ਚ ਉਹ ਡਾਇਰੀ ਹੈ ਜਿਹੜੇ ਮੈਨੂੰ ਪਿਆਰ ਕਰਦੇ ਨੇ। ਉਹ ਡਾਇਰੀ ਲੈ ਲਈ, ਮਾਂ ਬੱਚੇ ਨੇ ਵੇਖੀ, ਸਾਰੀ ਡਾਇਰੀ ਫੋਲ ਮਾਰੀ, ਉਹਦਾ ਨਾਮ ਹੀ ਨਹੀਂ ਹੈ। ਬੱਚਾ ਨਾ ਮਾਯੂਸ ਹੋ ਗਿਆ। ਹੁਣ ਤੁਸੀਂ ਆਪਣੇ ਈਸ਼ਟ ਨੂੰ, ਮੁਰਸ਼ਦ ਨੂੰ, ਗੁਰੂ ਨੂੰ ਪਿਆਰ ਕਰੋ ਤੇ ਉਹਦੀ ਡਾਇਰੀ ਤੁਹਾਡਾ ਨਾਮ ਹੀ ਨਾ ਹੋਵੇ ਤੇ ਸੁਭਾਵਕ ਹੈ ਤੁਸੀਂ ਮਨ ਵਿੱਚ ਥੋੜ੍ਹੀ ਜਿਹੀ ਮਾਯੂਸੀ ਆ ਜਾਏਗੀ ਕਿ ਮੇਰਾ। ਮਹਾਰਾਜ ਕਹਿੰਦਾ ਕੀ ਹੋਇਆ?
कहता मेरा तो नाम ही नहीं है। अखां चों आंसू आ गए। तो महाराज कहते ने एक डायरी ना मेरी कच्छ च है। कहते एक किहड़ी डायरी है? कहते ने वो डायरी है जिन्होंने मैं प्यार करना, उहदे विच ये नाम ने। जद वो डायरी उस बच्चे ने लई तो सब तो उत्ते नाम उसदा सी। ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਦੀ ਸ਼ਬਦ ਦੇ ਨਾਲ ਗੁਰੂ ਦੇ ਸਿਮਰਨ ਵਿੱਚ ਜੁੜਦੇ ਨੇ, ਗੁਰੂ ਉਹਨਾਂ ਨੂੰ ਪਿਆਰ ਕਰਦਾ ਜੇ। ਬਾਕੀ ਤੇ ਸਾਰੇ ਗੁਰੂ ਨੂੰ ਪਿਆਰ ਕਰਦੇ ਨੇ ਨਾ, ਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ। ਉਹ ਜਦ ਡਿੱਕੀ ਵਾਲਾ ਸਾਹਮਣੇ ਆ ਰਿਹਾ ਸੀ, ਮਹਾਰਾਜ ਨੇ ਗਲਵਕੜੀ 'ਚ ਲੈ ਲਿਆ, ਬੜਾ ਪਿਆਰ ਕੀਤਾ। संगत हैरान है कि सारियां नूं महाराज ने किसी ने भी नहीं गल नहीं लगाया। कंठ लगाए अपने जन राखे अपनी प्रीत प्यारा, वड्डी वड्याई अचरज शोभा कारज आया रासे नानक को गुर पूरा भेटियो। वाह। ते पिंड दे संगत पुछदी है महाराज इस नूं तुसीं गलवकड़ी लिया, आप चल के इहदे कोल गए हो? तो महाराज कहते ने ये मेरा ना बड़ा प्यारा सिख है। महाराज असी भी तो हाँ, तुसी भी हो। कईयां नूं ना प्यारियां दी संज्ञा मिली है। हुण 80,000 के इकट्ठ विच सारे प्यारे थोड़ा सी, वो प्यारे 5 ही सन। देखो सानू सब तो पहला प्यारी हुंदी है जिंद, प्राण। ਜਿਹੜਾ ਜਿੰਦੀ ਬਾਤ ਗੁਰੂ ਸਾਹਿਬ ਦੇ ਸਾਹਮਣੇ ਰੱਖਦੇ ਤੇ ਮਹਾਰਾਜ ਨੇ ਸੰਗਿਆ ਵੀ 5 ਦੀ ਉਹਨਾਂ ਨੂੰ ਦਿੱਤੀ ਪਿਆਰਿਆਂ ਨੂੰ, ਹੋਰ 6ਵਾਂ ਨਹੀਂ ਜੇ ਕੋਈ। ਔਰ ਕਿੰਨੀ ਵੱਡੀ ਗੱਲ, ਜਦੋਂ ਮਹਾਰਾਜ ਨੇ 5 ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਤੇ ਸੰਗਤਾਂ ਕਈ ਆਈਆਂ, ਕਹਿਣ ਲੱਗੇ ਮਹਾਰਾਜ ਸਾਨੂੰ ਅੰਮ੍ਰਿਤ ਛਕਾਓ। ਕਹਿੰਦੇ ਨੇ ਇਹ ਜਿਹੜੀ ਦਾਤ ਹੈ ਨਾ ਹੁਣ ਮੇਰੇ ਹੱਥ ਵਿੱਚ ਵੀ ਨਹੀਂ ਜੇ, ਇਹ ਮੈਂ 5 ਨੂੰ ਸੌਂਪ ਦਿੱਤੀ ਹੈ। ਔਰ ਜਿਹੜਾ ਵੀ 5 ਜਿਹੜਾ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਿਆਰਿਆਂ ਪਾਸੋਂ ਮਿਲੇਗੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਪਿਆਰਾ। ਇਹੀ ਬਣਨਾ ਸੀ। ਤੇ ਮਹਾਰਾਜ ਇਹ ਪਿਆਰਾ ਸਿੱਖ ਕਿਉਂ ਹੈ ਜੀ? ਸਭ ਤੋਂ ਵੱਡੀ ਇਸ ਦੀ ਖੂਬੀ ਹੁਣ ਸੁਣ ਲਓ ਕੀ ਹੈ। ਜਿਹੜਾ ਵੀ ਕੋਈ ਕਾਰਜ ਕਰਦਾ ਹੈ ਕਹਿੰਦੇ ਜੀ ਇਹ ਸੌਦਾ ਪੂਰਾ ਤੋਲਦਾ ਜੇ। सच वापार करो वापारी दरगाह निभे किरत। दूजा घट नहीं तोलदा। रेट एक बच्चा आ जाए, बजुर्ग आ जाए, रेट इको रखे है। ते कोई माल जिस तरह अज कह लो डुप्लीकेट नहीं रखता। ये सुची किरत करता है। इनू मैं सब तो ज़्यादा तुहाडे तो इनू प्यार करना। तो जे असी किरत विच जिथे भी हाँ कोई करप्शन कर रहा है, देखो कबीर साहब तो क्या ही रहे, मैं उन्हें बोले ही है, बो पर पंच कर पर धन लियावे सुत दारा पे आन लुटावे। बंदा आके पैसा एवो जा किनू लुटांदा है? भरावां ते नहीं लुटांदा। कदी देखो भरा ते नहीं लुटाएगा, ना प्यो ते भी नहीं लुटाएगा। सुत दारा घर वाली दे या पुत्र थे, भाई गहने बना लिया या पुत्र नूं कहेगा तू पढ़ या जो भी है। कबीर साहब देखो कितनी ध्यान नाल सोचो, परिवार दे किसी भैन का जिक्र नहीं किया, प्यो का नहीं जिक्र किया। सुत दारा पे आन लुटावे, वो आके पुत्र ते अपनी घर वाली ते उड़ांदा है। मन मेरे भूले कपट ना कीजै अंत निबेरा तेरे जी पहले। अंत समय इन्हां दा हिसाब तेरे नाल होना ही, उन्हां दे नाल नहीं होना। तू भावें जिवें मर्जी माया लिया। ते जिहड़ा साडा सवाल है ना, किरत करके जे सुची किरत होएगी ना, तो जदों नाम जपोगे ना तुहाडा सवाल ही मुक जाएगा। क्योंकि तुसीं किसी नाल फरेब कीता ही नहीं होएगा, किसी नाल माड़ा बोलिया ही नहीं होएगा। मेरी भैन ने घर विच सारियां नाल मिठा बोलिया होएगा, वो फिर सिमरन करेगी, उसका दिल लगेगा। जदों सिमरन विच जुड़ेगी अंदरों एक तरंगां उठणगियां, वो उठणगियां वंड के छक्कां। ये सिद्धांत है साडा।
ਬਈ ਆਪਣੇ ਵਾਸਤੇ ਤੇ ਸਾਰੇ ਪਰਿਵਾਰ ਵਾਸਤੇ ਕਰ ਰਹੇ ਨੇ, ਕਿਸੇ ਵਾਸਤੇ ਜਨ ਪਰ ਉਪਕਾਰੀ ਆਏ। ਉਹਦੀ ਬਿਰਤੀ ਐਸੀ ਬਣ ਜਾਏਗੀ, ਭਗਤ ਦੀ ਬਿਰਤੀ। ਦੇਖੋ ਵੰਡ ਕੇ ਛਕਣ ਦੀ। ਫਰੀਦ ਸਾਹਿਬ ਜੀ ਕੋਲ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਫਰੀਦ ਸਾਹਿਬ ਤੁਸੀਂ ਦੱਸੋ ਭਗਤ ਕਿਹਨੂੰ ਕਹਿੰਦੇ ਨੇ? ਕਹਿੰਦੇ ਨੇ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਕੁਛ ਨਾਮ ਹੀ ਹੁੰਦਿਆਂ ਥੋੜੇ ਵਿੱਚੋਂ ਥੋੜਾ ਦੇ ਕੇ ਕਹੇ ਮੇਰਾ ਵੀ ਪੇਟ ਰੱਜਿਆ ਰਹੇ, ਤੂੰ ਵੀ ਰੱਜ ਜਾ, ਉਹ ਜੇ ਭਗਤ। ਆਪਣੇ ਵਾਸਤੇ ਤੇ ਸਾਰੇ ਹੀ ਕਰ ਰਹੇ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਦਿੱਲੀ ਦੇ ਚਾਂਦਨੀ ਚੌਂਕ ਤੇ ਕੀ ਸੀ? ਦੂਜੇ ਦਾ ਭਲਾ। ਇਹ ਹੁਣ ਕਰੋਨਾ ਪੀਰੀਅਡ ਨਿਕਲਿਆ, ਐਸੇ ਵੀ ਪਰਿਵਾਰ ਨੇ ਕਰੋਨਾ ਤੋਂ ਪੀੜਿਤ ਹੋ ਕੇ ਵੀ ਠੀਕ ਹੋਣ ਤੋਂ ਬਾਅਦ ਫਿਰ ਖਲਕਤ ਦੀ ਸੇਵਾ ਕਰ ਰਹੇ ਨੇ। ਸੇਵਾ ਕਰਤ ਹੋਏ ਨਹਿ ਕਾਮੀ। ਇਹ ਕੀ ਹੈ? ਇਹ ਗੁਰੂ ਨਾਨਕ ਦੇ ਸਿਧਾਂਤ ਨੂੰ। ਪਰ ਮੈਂ ਅਕਸਰ ਇੱਕ ਬੇਨਤੀ ਇੱਥੇ ਜ਼ਰੂਰ ਕਰਕੇ ਜਾਵਾਂਗਾ, ਸਾਡੀ ਪਹਿਚਾਣ ਖਾਲੀ ਲੰਗਰਾਂ ਨੂੰ ਵਰਤਾਨ ਵਿੱਚ ਤੱਕ ਨਾ ਰਹਿ ਜਾਏ ਕਿ ਬਈ ਸਿੱਖ ਲੰਗਰ ਬੜੇ ਲਾਉਂਦੇ ਨੇ, ਕਿੱਥੇ ਵਿਪਤਾ ਆ ਜਾਏ ਖੜੇ ਹੋ ਜਾਂਦੇ ਨੇ। ਨਹੀਂ, ਸਿੱਖ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਉਹਦੇ ਆਸ਼ਰੇ ਅਨੁਸਾਰ ਚੱਲਦੇ ਨੇ। ਮਹਾਰਾਜ ਨੂੰ ਕਿਹਾ ਸੀ, ਗੁਰੂ ਅਰਜਨ ਦੇਵ ਮਹਾਰਾਜ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਸੀ ਸੰਗਤਾਂ ਨੇ, ਮਹਾਰਾਜ ਇਹਦੇ ਅਰਥ ਕਰ ਜੋ ਗੁਰੂ ਗ੍ਰੰਥ ਸਾਹਿਬ ਦੇ। ਕਹਿੰਦੇ ਨਹੀਂ, ਮੈਂ ਅਰਥ ਨਹੀਂ ਕਰਾਂਗਾ। ਵੈਸੇ ਕੀਤੇ ਨੇ ਪਰ ਲਿਖਿਤ ਵਿੱਚ ਨਹੀਂ ਜੇ। ਕਹਿੰਦੇ ਸਿੱਖ ਨਾ ਫਿਰ ਚੁੱਭੀ ਲਾਉਣ ਤੋਂ ਵਾਂਝਾ ਰਹਿ ਜਾਏਗਾ। ਗੁਰੂ ਗ੍ਰੰਥ ਸਾਹਿਬ ਦੇ ਅਰਥ ਤਾਂ ਹੋਣਗੇ, ਸਿੱਖ ਅਰਥ ਕਰਕੇ ਜਦੋਂ ਸੰਸਾਰ ਵਿੱਚ ਵਿਚਰੇਗਾ ਉਹਦੇ ਜੀਵਨ ਦੀ ਝਲਕ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਜ਼ਰ ਆਉਣਗੇ। ਬੜੀ ਵੱਡੀ ਗੱਲ ਜੇ। ਸਿੱਖ ਨੂੰ ਵੇਖ ਕੇ ਕਿਸੇ ਭੈਣ ਨੇ, ਕਿਸੇ ਵੀਰ ਨੇ ਬਾਣਾ ਪਾਇਆ ਹੋਵੇ, ਬੰਦਾ ਸਾਹਮਣੇ ਸਮਝ ਜਾਏਗਾ ਭਾਈ ਇਹ ਜ਼ਰੂਰ ਅੰਮ੍ਰਿਤ ਵੇਲੇ ਜਾਗਦਾ ਜੇ, ਨਿਤਨੇਮ ਕਰਦਾ ਜੇ। ਕੁਝ ਕਹਿਣ ਦੀ ਲੋੜ ਨਹੀਂ ਪੈਣੀ। ਤੇ ਜੇ ਉਹ ਪਖੰਡ ਬਣਿਆ ਤਾਂ ਫਿਰ ਉਹਦਾ ਕਰਮ ਹੈ। ਤਾਂ ਮਹਾਰਾਜ ਨੇ ਇਹ ਸਿਧਾਂਤ ਸਾਨੂੰ ਦੱਸਿਆ ਹੈ ਕਿ ਵੰਡ ਕੇ ਛਕੋ। ਭਗਤ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਕੋਲ ਸਮਾਂ ਨਹੀਂ, ਹਰ ਚੀਜ਼ ਦਾ ਜਵਾਬ ਹੈ। ਸੰਤ ਕੈਸਾ ਹੋਣਾ ਚਾਹੀਦਾ ਹੈ? ਜਿੰਨਾ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਬ੍ਰਹਮ ਗਿਆਨੀ ਕੈਸਾ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਕੇ ਇਕਸ ਬਿਨ ਕੋਏ। ਨਾਨਕ ਇਹ ਲੱਛਣ ਜਿਹਦੇ ਮਨ ਦੇ ਵਿੱਚ, ਮੁਖ ਦੇ ਉੱਤੇ ਔਰ ਇੱਕ ਨੂੰ ਮੰਨਦਾ ਹੋਵੇ, ਇਹ ਲੱਛਣ ਬ੍ਰਹਮ ਗਿਆਨੀ ਦੇ ਨੇ। ਬ੍ਰਾਹਮਣ ਕੈਸਾ ਹੋਣਾ ਚਾਹੀਦਾ ਹੈ? ਕੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਇਹ ਸ਼ਬਦ ਪੜ੍ਹੀ ਦਾ ਨਾ, ਜੋ ਤੂੰ ਬ੍ਰਾਹਮਣੀ ਬ੍ਰਾਹਮਣ ਜਾਇਆ, ਤੋ ਆਨ ਬਾਟ ਕਾਏ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਾ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਕੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰੇ ਉਹ ਬ੍ਰਾਹਮਣ ਹੈ। ਬ੍ਰਹਮ ਕੋਈ ਫੀਤੀ ਦਾ ਨਾਮ ਨਹੀਂ ਹੈ, ਉਹ ਕੋਈ ਵੀ ਕਰ ਸਕਦਾ ਹੈ। ਉਹ ਸਾਡੇ ਗਿਆਨੀਆਂ ਵਾਸਤੇ ਵੀ ਹੈ, ਸਾਰਿਆਂ ਵਾਸਤੇ ਹੈ। ਪੰਡਤ ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਹਰ ਚੀਜ਼ ਦਾ ਜਵਾਬ ਹੈ। ਤਾਂ ਗੁਰੂ ਸਾਹਿਬ ਨੇ ਇਹ ਤਿੰਨ ਸਿਧਾਂਤ ਸਾਨੂੰ ਦੱਸ ਕੇ ਇਹ ਚਾਨਣ ਪਾਉਣ ਦਾ ਸੰਸਾਰ ਦੇ ਵਿੱਚ ਇੱਕ ਨਵੇਕਲਾ ਢੰਗ ਲੈ ਕੇ ਆਏ। ਮੈਂ ਕੱਲ ਪਰਸੋਂ ਵੀ ਕਿੱਥੇ ਵਿਚਾਰ ਹੋ ਰਹੀ ਸੀ, ਮੈਂ ਕਹਿ ਰਿਹਾ ਸੀ, ਮੈਂ ਕਿਹਾ ਇਸਲਾਮ ਦੇ ਅੰਦਰ ਨਾ ਕਿਸੇ ਹਿੰਦੂ ਪੀਰ ਫਕੀਰ ਨੂੰ ਨਾ ਬਾਤੀ ਅਹਿਮੀਅਤ ਨਹੀਂ ਦਿੰਦੇ। ਉਹ ਕਿਸੇ ਵੀ ਦੂਜੇ ਮਜ਼ਹਬ ਨੂੰ ਆਪਣੇ ਮਜ਼ਹਬ ਦੇ ਨਾਲ ਨਹੀਂ, ਕਿਸੇ ਨੂੰ ਉਹ ਨੀਵੇਂ ਸਮਝਦੇ ਨੇ। ਪਰ ਮੈਂ ਜਦ ਗੁਰੂ ਨਾਨਕ ਦਾ ਇਤਿਹਾਸ ਪੜ੍ਹ ਕੇ ਵੇਖਣਾ ਵਾਂ, ਉਸ ਨੂੰ ਗੁਰੂ ਨਾਨਕ ਨੂੰ ਤੇ ਘਰ ਘਰ ਬਾਬਾ ਗਾਵੇ, ਉਹਨੂੰ ਹਰ ਕੋਈ ਗਾ ਰਿਹਾ ਹੈ। ਭਾਵੇਂ ਕੋਈ ਹੁਣ ਪੰਜਾ ਸਾਹਿਬ ਮਾਰੇ ਕਿਰਪਾ ਕੇ ਗਏ, 50% ਤੋਂ ਉੱਤੇ ਮੁਹੰਮਦਨ ਸਨ। ਮਸਜਿਦ ਚਲੇ ਜਾਓ, ਤੁਹਾਨੂੰ ਕੋਈ ਹਿੰਦੂ ਸਿੱਖ ਘੱਟ ਮਿਲੇਗਾ ਹੀ ਨਹੀਂ। ਮੈਨੂੰ ਖਿਮਾ ਕਰ ਦੇਣਾ, ਮੰਦਰ ਚਲੇ ਜਾਓ, ਤੁਹਾਨੂੰ ਮੁਸਲਮਾਨ ਕੋਈ ਮਿਲੇਗਾ ਹੀ ਨਹੀਂ। ਪਰ ਤੁਸੀਂ ਆਪਣੇ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਦੇ ਘਰ ਵੇਖੋ, ਹਰ ਧਰਮ ਦਾ ਬੰਦਾ ਮਿਲੇਗਾ।
क्योंकि गुरु नानक हर एक दे उत्ते नज़र रखता है, सब ते मेहर करता है, क्योंकि विचारधारा है गुरु नानक दी। तो मैं अखीर विच एक बेनती करके समाप्ति करांगा। जो महाराज का इतिहास है ना, मैं किधर भी चल पावां समा लग जाएगा, समा भी संपूर्ण हो रहा है। मैं एक गल सारियां दे चरनां विच बेनती जरूर करांगा, अरदास करना दास कूकर दी भी, कि असी जो कह रहे हैं 2 4 5 पैसे असी भी चल जाइए। एक गल का ध्यान रखना, जे असी इत्थे बैठ के अज विचारां सुनिया ने, जेड़ा भी शरीर इत्थे बैठा है या कोई सुन रहा लाइव भी, जे सवेरे उठ के नाम नहीं जपदा, अब मैं किसी नूं हथ नहीं उठवा रहा, ये तुहानूं तुहाडी पिक्चर पता है, मैनूं मेरी पता है। मैं तो सिर्फ गुरु नानक दा संदेश जिहड़ा घर घर अंदर धर्मसाल होवे कीर्तन सदा विसोहा, मनाए गुरपुरब तां ही सफल ने। मैं पहला क्या खाली बाणा ने बन के बह जाइए, बाणे दे नाल बाणी दा कंटैक्ट रखना है, सुरत ते शब्द दा इहदा मेल होएगा ना, ते तां ही आनंद बचेगा। आनंद आनंद सबको कहे, आनंद गुरु ते जाने, इहदा ही मेल करना है, शब्द ते सुरत दा, शरीर दा नहीं। जेड़ा भी शरीर उठ के, मैं कहीं वेख्या अखबार फड़ते ने, कोई बैड टी ले लैंदा है, कोई सवेरे कुत्ते खिलांदा हुंदा है। मैं कहीं शरीर सिख ही देखना वा नंगे सिर, वाहिगुरू भली उन्हें करे। महाराज दा बचन पढ़ो, कर इशनान सिमर प्रभ अपना, किथे नहीं क्या। रहतनामा पढ़ो भाई नंद लाल जी का, गुरसिख रहत सुनो मेरे मीत, उठ प्रभात करे हित चीत, वाहे गुरु पुन मंत्रे जाप, कर इशनान पढ़े जप जाप, दर्शन करे मेरा पुन आए, अदब सु बैठ गुर हित चित लाए। ये सारी पौड़ी वो सारा कुछ दस्या है। ये गुरसिख का जीवन, मैं अगे नहीं जा रहा, मेरा जिथे कंसैप्ट है मैं उत्थों तक रोक रहा। फिर अगे क्या, संध्या समय सुने रे रास, कथा कीर्तन सुने हर जास, इनमें नेम एक कहाए, सो सिख अमरापुरी में जाए। 5 नेम पुर सिख जो तारे, 21 कुल कुटुंब को तारे, तारे कुटुंब मुकस होए। किन्नियां वडियाइयां ने जे असी इस गुरु नानक दी इस स्टडी दे नाल चलीए। उठ के सब तो पहला काम, जे कोई काम दूजा करदा वे ते जे ते बैठिया दास का भी भला हो जाएगा, जे अपने जीवन के विचार नूं चेंज कर लवांगे। मैं पहले शुरू किया है, विचार सुन के विचार बदलने जे। जेड़ा भी कोई वीर भैन उठता है, सब तो पहला क्रिया करके इशनान करके पहला पाठ जपजी साहिब दा करे, पूरा नेम करे। जिहड़े कर रहे ने मुबारक चरण की धूड़ी चाहिए उन्हां दी। जन नानक धूड़ मंगे तिस गुरसिख की, जो आप जप है अब रह नाम जपा है। देखो संगत कई बैठे होंगे ने, किसी ने महाराज ने, गुरु अर्जन देव महाराज ने पूछा सी की नेम है। एक वीर खड़ा होया, कहते मैं उठ के इशनान करना वा ते बाणियां पढ़ना। महाराज कहते तू बह जा। एक को पूछा, कहता जी मैं उठ के कौन थी चले जाना। महाराज कहते तू ही बह जा। एक को पूछा महाराज ने तू की करना है। कहता जी महाराज मैं उठ के ना पहला सारे महल्ले दे सिख परिवारां नूं गुरु नानक नाम लेवा नूं उठाना वा, फिर सारे उठ के असी चौपाल ते बैठ के ना असी नेम करने। महाराज कहते तू 2 कदम पिछे हो जा। संगत हैरान है बई सारियां नूं ते इहनूं 2 कदम पिछे। महाराज आप सिंघासन तो उठ के उहदी चरण धूड़ी लैंगे, क्योंकि जन नानक धूड़ मंगे तिस गुरसिखी, जो आप जपे अवरह नाम। उठ के जे कोई नेम करता है अच्छी गल है। कोई 6 बजे उठता है, वो कल तो 5 बजे उठे, 5 वाला 4, 4 वाला 3। ये अपने मन के अंदर असी लड़ाई करनी है। आत्म जिणे सगल अवस्था के जिदे बारे शब्द आंदा है।
जाको हर रंग लागो इस युग में, सो कईयत है सूरा, आत्म जिणे सगल अवस्था के, जाका सतगुरु पूरा। ठाकुर गाइए आत्म रंग सरनी पावन, नाम ध्यावन सह समावन संग, जन के चरण वसे मेरे हीरे, संग पुनीता देई, जन की धूड़ देव कृपा निध, नानक कै सुख एही। उठ के एक पाठ ਜਿਹੜੇ कुछ भी नहीं करते या बैठ ही लेंदे ने, कल तो ये करना है। जे गुरु नानक पातशाह का आगमन पुरब मनाना सफला चाहते हो अपने आप विच, ते उठ के पहली बाणी जपजी साहब करो, ते जेड़े नहीं करते वो भी सुन लो। जित मुख नाम ना उचरे आसा दी वार, जित मुख नाम ना उचरे विण नामे रस खाए, नानक इवें जानिए तित मुख थुक्का पाए। देखो किन्नी लानत, थुक्का जेड़ा खाण तो पहला बिना वाहिगुरू दे नाम जपे तो मूँह ते पा ले, तां ही कहा जे प्रसाद छत्ती अमृत खाए। होर वड्डी गल, नाम बिना जो पैरे खाए, जो कुकर जूठन में पाए। जेड़े नाम तो बगैर कुछ खाते ने ना, चलो जो आया घर प्रसादा आख्या एकदम खा लिया, नहीं, 1 सेकंड 10 सेकंड रुक के नहीं मार कहते, जिस कुत्ता झूठ ही मूँह मार दिया ना, उसकी वो हालत है। नाम बिना जो पैरे खाए, जो कुकर जूठन में पाए। मैं नहीं कह रहा, बाणी कह रही है। तो उठ के असी, मैं हाथ नहीं खड़ा करवाने, एक अंदर प्रण करना है कि मैं अज तो बाद गुरु नानक पातशाह तुहाडा गुरपुरब इस रूप में मनाना है कि मैं हुण रहिंदे सवासां तक दुनिया की क्रियावां तां करांगा, पहला पाठ जपजी साहब। क्यों मैं कह रहा, खाली पेट किसी को गैस ट्रबल होए ना, तो डॉक्टर की कहता है बई ए वाला कैप्सूल खा लो, क्यों, सारा दिन गैस नहीं बनेगी, होंदा ना, कई खांदे भी ने। जे तू अमृत वेले खाली पेट जपजी साहब की अंदर बाणी पा लेगा, तो बाद जो पाएगा वो अमृत ही होना ही, जो बोलेगा वो अमृत ही होना ही। तो महाराज कृपा करन, गुरु नानक पातशाह का गुरपुरब मना रहे हाँ, विचारां बहुत ने, पर आप संगत दे जिस तरह भैन जी ने जिस तरह याद किया, बेदी साहब सारिਆਂ ने बड़ा प्यार दिता, दूर करके। सो एक प्रोग्राम भी सी अपना जो हफ्तावारी होंदा है, वो कराला जगह सी, उत्थों दी महाराज ने कृपा करके इत्थे सेवा लई है।